ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਧੀਰਜ ਸਿੰਘ ਪਿਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਤੋਂ। ਮੈਂ ਆਸ ਕਰਦਾ ਡੀਅਰ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਡੀਅਰ ਇਹ ਸ਼ੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਪੈਸ਼ਲੀ ਆਸਟ੍ਰੇਲੀਆ ਨੂੰ ਲੈ ਕੇ, ਕਿਉਂਕਿ ਆਸਟ੍ਰੇਲੀਆ ਦੀ ਐਡਵਰਟਾਈਜ਼ਮੈਂਟ ਅੱਜ ਦੀ ਡੇਟ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਦੇਖਣ ਨੂੰ ਮਿਲ ਰਹੀ ਆ। ਤੇ ਕਿਤੇ ਨਾ ਕਿਤੇ ਅਸੀਂ ਆਪਣਾ ਫਰਜ਼ ਸਮਝਦੇ ਹਾਂ ਕਿ ਸਟੂਡੈਂਟ ਨੂੰ ਅਵੇਅਰ ਕਰ ਸਕੀਏ ਤੇ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਕਿਉਂ ਅਪਲਾਈ ਕਰਨਾ ਚਾਹੀਦਾ, ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਤੇ ਇਹ ਸਾਰੀਆਂ ਤੁਹਾਡੇ ਸਵਾਲਾਂ ਦਾ ਜਵਾਬ ਦਊਂਗਾ। ਤੇ ਸਪੈਸ਼ਲੀ ਡੀਅਰ ਇਹ ਜਿਹੜਾ ਅੱਜ ਦਾ ਲਾਈਵ ਸ਼ੋ ਜਿਹੜੇ ਔਨ ਸ਼ੋਰ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਵੀ ਬਹੁਤ ਹੀ ਬੈਨੀਫਿਟ ਦੇਣ ਵਾਲਾ ਵਾ, ਕਿਉਂਕਿ ਆਸਟ੍ਰੇਲੀਆ ਦੀ ਜਿਹੜਾ ਟ੍ਰੈਂਡ ਦੇਖਿਆ ਜਾਂਦਾ ਕਿ ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਕੋਈ ਬੱਚਾ ਜਾਂਦਾ ਜਾਂ IT ਦੇ ਕੋਰਸ, ਅਕਾਊਂਟੈਂਸੀ ਦੇ ਕੋਰਸ ਜਾਂ ਨਰਸਿੰਗ ਦੇ ਕੋਰਸ ਦੇ ਵਿੱਚ ਹੀ ਬੱਚੇ ਜਿਹੜਾ ਕਿ ਜ਼ਿਆਦਾ ਬਿਜ਼ਨਸ ਦੇ ਕੋਰਸ ਦੇ ਵਿੱਚ ਜਿਹੜਾ ਕਿ ਬੱਚੇ ਜਿਹੜੇ ਜ਼ਿਆਦਾ ਪ੍ਰੈਫਰ ਕਰਦੇ। ਸਿਰਫ 2-3 ਕੋਰਸਿਸ ਹੀ ਆ ਕਿ ਜਿਹਦੇ 'ਚ ਬੱਚਿਆਂ ਨੂੰ ਮਤਲਬ ਕਿ ਇੱਥੋਂ ਭੇਜਿਆ ਜਾਂਦਾ ਕਿ ਜਾਂ ਉੱਥੇ ਔਨਲਾਈਨ ਜਿਹੜੇ ਉੱਤੇ ਔਨ ਸ਼ੋਰ ਬੱਚੇ ਉੱਥੇ ਪੜ੍ਹ ਰਹੇ ਆ। ਕਿ ਇਹ ਅੰਦਾਜ਼ਾ ਲਾਇਆ ਜਾਏ ਕਿ ਆਸਟ੍ਰੇਲੀਆ 'ਚ ਕੋਰਸਿਸ ਦੀ ਕਮੀ ਆ ਜਾਂ ਕੀ ਚੀਜ਼ਾਂ ਕਮੀਆਂ। ਡੀਅਰ ਕੁਛ ਚੀਜ਼ ਦੀ ਕਮੀ ਨਹੀਂ, ਆਸਟ੍ਰੇਲੀਆ ਬਹੁਤ ਵਧੀਆ ਕੰਟਰੀ ਆ। ਤੁਹਾਨੂੰ ਵੀ ਪਤਾ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ, ਕਿਉਂਕਿ ਜਿਹੜੇ ਬੱਚੇ ਨੇ ਆਸਟ੍ਰੇਲੀਆ ਜਾਣਾ ਨਾ ਉਹਨਾਂ ਨੇ ਆਸਟ੍ਰੇਲੀਆ ਹੀ ਜਾਣਾ, ਉਹ ਆਪਣੀ ਪੂਰੀ ਐਨਰਜੀ ਉੱਥੇ ਆਸਟ੍ਰੇਲੀਆ ਵੱਲ ਨੂੰ ਲਾਉਂਦੇ। ਤੇ ਮੈਂ ਆਸਟ੍ਰੇਲੀਆ ਵਾਲੇ ਅਸੀਂ ਬੱਚਿਆਂ ਨੂੰ ਕਹੂੰਗਾ ਕਿ ਜ਼ਰੂਰ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸੈਕਿੰਡ ਚਾਂਸ ਬੱਚਿਆਂ ਨੂੰ ਨਹੀਂ ਮਿਲਦਾ। ਸੋ ਫਰਸਟ ਚਾਂਸ ਦੇ ਵਿੱਚ ਵਧੀਆ ਤਰੀਕੇ ਨਾਲ ਡੀਅਰ ਆਪਣੇ ਸਾਰੇ ਜੈਨੂਅਨ ਤਰੀਕੇ ਨਾਲ ਆਪਣੀ ਫਾਈਲ ਲਾਓ, ਜੈਨੂਅਨ ਕੰਸਲਟੈਂਟ ਤੋਂ ਫਾਈਲ ਲਾਓ, ਤਾਂ ਕਿ ਕਿਸੇ ਤਰ੍ਹਾਂ ਦਾ ਵੀ ਨੈਗੇਟਿਵ ਰਿਜ਼ਲਟਸ ਆਪਣੇ ਨੂੰ ਨਾ ਦੇਖਣ ਨੂੰ ਮਿਲ ਸਕੇ। ਬਾਕੀ ਰਿਜ਼ਲਟ ਤੇ ਪਰਮਾਤਮਾ ਦੇ ਹੱਥ ਆ, ਬਟ ਫਿਰ ਵੀ ਜੋ ਕੁਛ ਆਪਾਂ ਕਰ ਸਕਦੇ ਹਾਂ, ਤੁਸੀਂ ਕਰ ਸਕਦੇ ਹੋ, ਜ਼ਰੂਰ ਐਟ ਇਨੀਸ਼ੀਅਲ ਸਟੇਜ ਤੇ ਕਰੋ। ਸਾਰਿਆਂ ਤੋਂ ਪਹਿਲਾਂ ਡੀਅਰ ਜਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ, ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਕਿਹਾ ਜਾਂਦਾ ਕਿ ਇਹੋ 3-4 ਕੋਰਸਿਸ ਸਾਰੇ ਬੱਚਿਆਂ ਨੂੰ ਦਿੱਤੇ ਜਾਂਦੇ, ਤੇ ਡੀਅਰ ਬਿਲਕੁਲ ਵੀ ਇੱਦਾਂ ਦਾ ਨਹੀਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇੱਕ ਚੀਜ਼ ਦੇਖੀ ਗਈ ਆ, ਤੁਹਾਡੇ ਵੀ ਭੈਣ ਭਰਾਵਾਂ ਨੇ, ਤੁਹਾਡੇ ਜਿਹੜੇ ਵੀ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਹੋਣਗੇ ਜਿਹੜੇ ਆਸਟ੍ਰੇਲੀਆ ਜਾ ਕੇ ਉਹ ਫਿਰ ਕੋਰਸ ਚੇਂਜ ਕਰਦੇ ਆ, ਟ੍ਰੇਡ ਵਿੱਚ ਆ ਜਾਂਦੇ, ਕਾਰਪੈਂਟਰੀ ਦੇ ਵਿੱਚ, ਕੁਕਰੀ ਦੇ ਵੱਲ, ਜਾਂ ਕੋਈ ਹੋਰ ਜਿਹੜੇ ਕੋਰਸਿਸ ਆਟੋਮੇਟਿਵ ਵੱਲ ਫੀਲਡ ਦੇ ਵਿੱਚ ਚੱਲ ਜਾਂਦੇ ਆ। ਡੀਅਰ ਕਿਉਂ ਕਰਨਾ ਪੈਂਦਾ ਵਾ ਉਹਨਾਂ ਨੂੰ, ਡਰੋਪ ਆਊਟ ਕਿਉਂ ਕਰਨਾ ਪੈਂਦਾ ਵਾ? ਕਿਉਂਕਿ ਫਿਰ ਤਾਂ ਕਿਤੇ ਨਾ ਕਿਤੇ PR ਦੇ ਵਿੱਚ ਵੀ ਸਟਰਗਲਸ ਬਹੁਤ ਆਉਂਦੀਆਂ। ਸੋ ਡੀਅਰ ਮੇਰੀ ਇੱਕ ਐਡਵਾਈਸ ਆ ਐਜ਼ ਏ ਵੱਡਾ ਭਰਾ ਤੁਹਾਨੂੰ, ਜਿਹੜਾ ਕਿ ਅਸੀਂ ਆਪਣੇ ਤਜਰਬੇ ਕਿਉਂਕਿ ਪਿਛਲੇ 12 ਸਾਲਾਂ ਤੋਂ ਇਸ ਇੰਡਸਟਰੀ ਦੇ ਸਪੈਸ਼ਲਾਈਜ਼ਡ ਆ ਡੀਅਰ ਆਸਟ੍ਰੇਲੀਆ ਦੇ। ਕਿਸੇ ਨੂੰ ਆਸਟ੍ਰੇਲੀਆ ਕਰਨਾ ਹਰ ਕਿਸੇ ਦੇ ਬਸ ਦੀ ਡੀਅਰ ਗੱਲ ਨਹੀਂ ਹੈਗੀ, ਕਿਉਂਕਿ ਆਸਟ੍ਰੇਲੀਆ ਗਲਤੀ ਦਾ ਦੂਸਰਾ ਮੌਕਾ ਨਹੀਂ ਦਿੰਦਾ। ਤੁਹਾਨੂੰ ਵੀ ਪਤਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਬਹੁਤ ਟੂ ਦਾ ਪੁਆਇੰਟ, ਹਰ ਪੁਆਇੰਟਸ ਬਰੀਕੀ ਦੇ ਵਿੱਚ ਜਾ ਕੇ ਹੀ ਸਾਰਾ ਕੁਝ ਕਰਨਾ ਪੈਂਦਾ, ਤਾਂ ਹੀ ਬੱਚੇ ਦਾ ਵੀਜ਼ਾ ਨਿਕਲਦਾ। ਤਾਂ ਆਸਟ੍ਰੇਲੀਆ 'ਚ ਡੀਅਰ ਮੈਂ ਤੁਹਾਨੂੰ ਕਹੂੰਗਾ ਕਿ ਅੱਜ ਮੈਂ ਤੁਹਾਨੂੰ ਥੋੜੇ ਜਿਹੇ ਕੋਰਸਿਸ ਦੇ ਵੀ ਨਾਲ ਦੱਸੂੰਗਾ ਕਿ ਜਿਹੜੇ ਬੱਚੇ ਆ, ਕਿਉਂਕਿ ਅੱਜ ਦੀ ਜਿੱਦਾਂ ਹੁਣ ਜ਼ਮਾਨਾ ਜਿੰਨਾ ਕੰਪੀਟੀਟਿਵ ਵਰਲਡ ਹੈਗਾ ਵਾ, ਤੁਹਾਨੂੰ ਡੂਅਲ ਡਿਗਰੀ ਦੇ ਵੱਲ ਨੂੰ ਥੋੜਾ ਜ਼ਿਆਦਾ ਆਪਣੇ ਆਪ ਨੂੰ ਮੋਲਡ ਕਰਨਾ ਚਾਹੀਦਾ, ਕਿਉਂਕਿ ਤੁਹਾਡੇ ਕੋਲ ਜਿਹੜੀਆਂ ਫਿਰ ਜਦੋਂ ਪ੍ਰੋਫਾਈਲ ਦੇ ਵਿੱਚ ਆਪਸ਼ਨਸ ਜ਼ਿਆਦਾ ਹੁੰਦੀ ਹੈ। PR ਮੈਂ ਹਮੇਸ਼ਾ ਕਹਿੰਦਾ ਹੁੰਦਾ, PR ਹਰ ਕੰਟਰੀ ਦੇ ਵਿੱਚ, ਹਰ ਕੰਟਰੀ ਦੇ ਪ੍ਰੋਵਿੰਸ ਦੇ ਵਿੱਚ ਪੋਸੀਬਲ ਹੁੰਦੀ ਹੈ। ਉਹ ਸਿਰਫ ਤਾਂ ਹੀ ਹੁੰਦੀ ਹੈ ਜੇਕਰ ਤੁਸੀਂ ਐਟ ਇਨੀਸ਼ੀਅਲ ਸਟੇਜ ਜੈਨੂਅਨ ਕਰੀਅਰ ਕਾਉਂਸਲਿੰਗ ਲੈ ਕੇ ਸਹੀ ਡਿਸੀਜ਼ਨ ਲਿਆ ਹੋਊਗਾ, ਤਾਂ ਹੀ ਪੋਸੀਬਲ ਹੋਊਗੀ। ਡੀਅਰ ਇੱਕ ਮੈਂ ਤੁਹਾਨੂੰ ਇੱਕ ਹੋਰ ਚੀਜ਼ ਕਹਿਣਾ ਚਾਹੂੰਗਾ, ਆਸਟ੍ਰੇਲੀਆ ਦੀ ਐਡਮਿਸ਼ਨਸ ਲੈਣ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੋਰਸ ਲੈਂਦੇ ਆ, ਕਿਹੜਾ ਤੁਹਾਡਾ ਯੂਨੀਵਰਸਿਟੀ ਦਾ ਖਿਆਲ ਰੱਖ ਕੇ ਪਹਿਲਾਂ ਤਾਂ ਲੈਵਲਸ ਹੁੰਦੇ ਡੀਅਰ, ਅਸੈਸਮੈਂਟ ਲੈਵਲ 1, ਅਸੈਸਮੈਂਟ ਲੈਵਲ 2, ਅਸੈਸਮੈਂਟ ਲੈਵਲ 3। ਅਸੈਸਮੈਂਟ ਲੈਵਲ 1 ਜਾਂ 2 ਦੇ ਵਿੱਚ ਹੀ ਜਾਓ ਡੀਅਰ, ਟਰਾਈ ਕਰੋ 1 ਦੇ ਵਿੱਚ, ਨਹੀਂ ਤਾਂ ਘੱਟੋ ਘੱਟ 2 ਦੇ ਵਿੱਚ। 3 ਦੇ ਵਿੱਚ ਡੀਅਰ ਬਿਲਕੁਲ ਵੀ ਟਰਾਈ ਨਾ ਕਰੋ, ਕਿਉਂਕਿ ਵੀਜ਼ਾ ਦੇ ਚਾਂਸਸ ਵੀ ਬਹੁਤ ਘੱਟ ਹੁੰਦੇ ਆ, ਤੇ ਅੱਗੇ ਦੇ ਫਿਊਚਰ ਵੀ ਡੀਅਰ ਥੋੜਾ ਜਿਹਾ ਇਦਾਂ ਹੀ ਹੈ, ਕਿਉਂਕਿ ਆਸਟ੍ਰੇਲੀਆ ਸੈਕਿੰਡ ਚਾਂਸ ਨਹੀਂ ਦਿੰਦਾ। ਇੱਕ ਚੀਜ਼ ਦਾ ਆਪਣੇ ਮਾਈਂਡ 'ਚ ਖਿਆਲ ਰੱਖਣਾ, ਤੇ ਜਦੋਂ ਵੀ ਤੁਸੀਂ ਡੀਅਰ ਆਸਟ੍ਰੇਲੀਆ ਦੇ ਵਿੱਚ ਐਡਮਿਸ਼ਨਸ ਲੈਣੀ ਆ, ਜਿਹੜੀ ਸਕਿਲਡ ਆਕੂਪੇਸ਼ਨ ਲਿਸਟ SOL ਆਪਾਂ ਜਿਹੜੇ ਕਹਿ ਦਿੰਦੇ ਆ ਉਹਨਾਂ ਨੂੰ, ਜੋ ਡੀਅਰ ਇੰਟਰਨੈਟ ਤੇ ਉਹਦੀ ਆਫੀਸ਼ੀਅਲ ਸਾਈਟ ਤੇ ਵੀ ਹੈਗੀ ਆ, ਤੇ ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਤੁਹਾਡਾ ਜਿਹੜਾ ਕੋਰਸ ਆ ਤੁਸੀਂ ਪੜ੍ਹਨ ਚੱਲ ਰਹੇ ਆ ਕਿ ਇਨ ਡਿਮਾਂਡ ਹੈਗਾ ਵਾ, ਤੁਹਾਨੂੰ ਤੁਹਾਡੀ ਕਿੰਨੀ ਸੈਲਰੀ ਤੁਸੀਂ ਐਕਸਪੈਕਟੇਸ਼ਨ ਕਰ ਸਕਦੇ ਇਨ ਫਿਊਚਰ ਦੇ ਵਿੱਚ, ਸਭ ਕੁਝ ਡੀਅਰ ਉਹਦੇ ਤੋਂ ਤੁਸੀਂ ਕਲੀਅਰ ਕਰ ਸਕਦੇ ਆ। ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਊਗਾ ਕਿ ਤੁਹਾਡਾ ਗੋਲ ਕੀ ਆ ਤੇ ਉੱਥੇ ਤੱਕ ਤੁਸੀਂ ਕਿੱਦਾਂ ਪਹੁੰਚਣਾ। ਇਹ ਨਹੀਂ ਕਿ ਸਿਰਫ ਮੋਟਿਵ ਨਹੀਂ ਡੀਅਰ, ਆਈ ਅੰਡਰਸਟੈਂਡ, ਕਿਉਂਕਿ ਤੁਹਾਡੀ ਏਜ ਦੇ ਵਿੱਚ ਜਦੋਂ ਕਿ ਬੱਚੇ ਨੂੰ ਕੋਈ ਸੁਪਨਾ ਦਿਖਾਇਆ ਜਾਂਦਾ ਨਾ ਕਿ ਤੈਨੂੰ ਆਸਟ੍ਰੇਲੀਆ ਭੇਜ ਦੇਣਾ ਜਾਂ ਕੈਨੇਡਾ UK ਕਿਤੇ ਭੇਜ ਦਿੰਦੀ, ਉਹ ਬੰਦਾ ਉਸਲੇ ਕਹਿੰਦਾ ਬਸ ਇੱਕ ਵਾਰੀ ਪਹੁੰਚ ਜਾ, ਕੋਈ ਗੱਲ ਨਹੀਂ, ਦੇਖਾਂਗੇ, ਬਹੁਤ ਟਾਈਮ ਪਿਆ ਵਾ, ਸਾਰਾ ਕੁਛ ਆ, ਉੱਥੇ ਜਾ ਕੇ ਸੌਰਟ ਆਊਟ ਕਰ ਲਾਂਗੇ ਡੀਅਰ। ਪਰ ਟਾਈਮ ਬੀਤਦੇ ਪਤਾ ਨਹੀਂ ਲੱਗਦਾ। ਤੇ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਕੋਲ ਆਪਸ਼ਨਸ ਹੈਗੀ ਸਟੂਡੈਂਟ ਕੋਲ, ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਸਾਰਾ ਕੁਛ ਇੰਟਰਨੈਟ ਤੇ ਸਰਚ ਕਰਕੇ ਆਪਣੇ ਸਾਰੇ ਡਾਊਟ ਕਲੀਅਰ ਕਰ ਸਕਦੇ। ਸੋ ਸਟੂਡੈਂਟਸ ਨੂੰ ਮੈਂ ਕਹੂੰਗਾ ਬਿਲਕੁਲ ਵੀ ਬਾਅਦ ਵਿੱਚ ਰੱਬ ਨਾ ਕਰੇ ਕੋਈ ਕਿਸੇ ਤਰ੍ਹਾਂ ਦਾ ਇੰਸੀਡੈਂਟ ਹੁੰਦਾ ਜਾਂ ਕਹਿ ਲਗੇ ਨਾ ਵੀ ਕਰੇ ਧੋਖਾ ਹੋ ਗਿਆ ਮੇਰੇ ਨਾਲ ਜਾਂ ਮੇਰੇ ਤੋਂ ਗਲਤੀ ਹੋ ਗਈ, ਜੀ ਗਲਤੀ ਦੀ ਗੁੰਜਾਇਸ਼ ਤੁਹਾਨੂੰ ਮੈਂ ਤੇ ਤੁਹਾਨੂੰ ਅੱਜ ਦੇ ਕੋਲ ਰਹਿਣੀ ਨਹੀਂ ਚਾਹੀਦੀ, ਕਿਉਂਕਿ ਸਟੂਡੈਂਟ ਕੋਲ ਹਰ ਫੈਸਿਲਿਟੀ ਹੈਗੀ। ਕਰੀਅਰ ਕਾਉਂਸਲਿੰਗ ਆਸਟ੍ਰੇਲੀਆ ਨੂੰ ਬਹੁਤ ਇੱਕ ਇੰਪੋਰਟੈਂਟ ਚੀਜ਼ ਜਿਹੜੀ ਮਿਸਿੰਗ ਹੈ ਡੀਅਰ, ਉਹਨੂੰ ਪਾ ਕੇ ਤੁਸੀਂ ਆਸਟ੍ਰੇਲੀਆ ਤੋਂ ਪਹਿਲੇ ਨਾ ਜਾ, ਕਿਉਂਕਿ ਬਹੁਤ ਅੱਜ ਦੀ ਡੇਟ 'ਚ ਕਹਿੰਦੇ ਕਿ ਆਸਟ੍ਰੇਲੀਆ 'ਚ PR ਪੋਸੀਬਲ ਨਹੀਂ ਹੈਗੀ ਡੀਅਰ, ਇੱਦਾਂ ਹੈ ਨਹੀਂ, ਪੋਸੀਬਲ ਨਹੀਂ ਹੈਗੀ। ਮੈਂ ਤਾਂ ਕਹੂੰਗਾ ਪੋਸੀਬਲ ਹੈਗੀ ਆ, ਬਟ ਉਹੀ ਗੱਲ ਹੈ ਡਿਸੀਜ਼ਨ ਆ। ਜੇਕਰ ਤੁਸੀਂ ਗਏ ਆ, ਤੁਹਾਡੇ ਜਿਹੜਾ ਕੋਰਸ ਹੈ, ਤੁਹਾਡਾ ਜਿਹੜਾ ਤੁਹਾਨੂੰ ਜਿਹੜੀਆਂ ਉਸ ਤੋਂ ਬਾਅਦ ਓਪਰਚੁਨਿਟੀਜ਼ ਮਿਲਣੀਆਂ, ਤੁਹਾਡੀ ਸਕਿਲਡ ਆਕੂਪੇਸ਼ਨ ਲਿਸਟ SOL ਦੇ ਵਿੱਚ ਤੁਹਾਡੀਆਂ ਆਉਂਦੀਆਂ ਵਾ, ਤੇ ਡੈਫੀਨੇਟਲੀ ਡੀਅਰ
ਤੁਸੀਂ ਚਾਹੇ ਰੀਜਨਲ ਏਰੀਆਜ਼ ਹੋਵੇ, ਚਾਹੇ ਤੁਹਾਡੇ ਹੋਰ ਮੇਨ ਕੈਂਪਸ ਜਿਹੜੇ ਮੇਨ ਏਰੀਆਜ਼ ਹੈਗੇ ਆ, ਤੇ ਸਿਡਨੀ ਮੈਲਬਰਨ ਦੇ ਵਿੱਚ ਵੀ ਡੀਅਰ ਤੁਸੀਂ ਕਰ ਸਕਦੇ ਆ, ਕਿਉਂਕਿ ਆਪਾਂ ਥੋੜਾ ਜਿਹਾ ਡਿਫਰੈਂਟ ਲੈ ਕੇ ਚੱਲੀਏ। ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦੇਖਣਾ ਚਾਹੂੰਗਾ, ਜਿੱਦਾਂ ਹੁਣ IT ਵਾਲੇ ਸਟੂਡੈਂਟਸ ਹੈਗੇ ਆ ਡੀਅਰ, ਜਿੱਦਾਂ ਹੁਣ ਉੱਥੇ ਦੇ ਕੋਰਸਿਸ ਆ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ। BBIS ਹੈਗਾ, ਬੈਚਲਰ ਇਨ ਬਿਜ਼ਨਸ ਇਨਫੋਰਮੇਸ਼ਨ ਸਿਸਟਮ ਡੀਅਰ, ਉਹਦਾ ਦੇਖੋ ਤੁਸੀਂ ਇਹਦੇ ਤੇ ਕਿੰਨਾ ਬੈਨੀਫਿਟ ਹੈ। ਮੈਂ ਖੁਦ ਤੁਹਾਨੂੰ ਸਟੂਡੈਂਟ ਨੂੰ ਐਡਵਾਈਸ ਦੇਣੀ ਹੈ, ਹਮੇਸ਼ਾ ਕਿ ਕੋਰਸ ਦੇ ਨਾਮ ਤੇ ਨਹੀਂ, ਉਹਦੇ ਕੰਟੈਂਟ ਤੇ ਵੀ ਜਾਣਾ ਡੀਅਰ। ਇਹ ਜਿਹੜਾ ਕੋਰਸ ਆ ਇਹਦੇ ਵਿੱਚ ਤਾਂ ਇਹ ਮਾਸਟਰਸ ਵੀ ਤੁਹਾਨੂੰ ਪ੍ਰੋਵਾਈਡ ਕਰਦਾ, ਮਾਸਟਰਸ ਇਨ ਬਿਜ਼ਨਸ ਇਨਫੋਰਮੇਸ਼ਨ ਸਿਸਟਮ, ਮੀਨਸ ਕਿ ਤੁਹਾਨੂੰ IT ਦੇ ਨਾਲ ਲੱਗਦੇ ਤੁਹਾਨੂੰ ਨਾਲ ਬਿਜ਼ਨਸ ਦੇ ਵੀ ਜਿਹੜਾ ਆਰਟ, ਤੁਹਾਨੂੰ ਉਹਦੇ ਟੈਕਨੀਕਸ ਆ, ਤੁਸੀਂ ਇਹਦੇ ਨਾਲ ਸਿੱਖ ਸਕਦੇ ਆ। ਤੇ ਇਹ ਜਿਹੜਾ ਕੋਰਸ ਡੀਅਰ ਹੈਗਾ SOL ਲਿਸਟ ਦੇ ਵਿੱਚ ਵੀ ਹੈਗਾ ਵਾ ਡੀਅਰ। ਬਾਕੀ ਡਿਸੀਜਨ ਤੁਹਾਡਾ ਚਾਹੀਦਾ ਫਾਈਨਲਾਈਜ਼, ਕਿਉਂਕਿ ਤੁਸੀਂ ਬਾਅਦ ਵਿੱਚ ਕੀ ਕਰਨਾ ਚਾਹੁੰਦੇ, ਤੁਹਾਡੇ ਫਿਊਚਰ ਗੋਲਸ ਕੀ ਆ। ਤੇ ਇਹ ਬਹੁਤ ਰੀਜ਼ਨੇਬਲ ਕੋਰਸਿਸ ਆ, ਤੇ ਕਾਫੀ ਯੂਨੀਵਰਸਿਟੀਜ਼ ਦੇ ਵਿੱਚੋਂ ਇਹ ਪ੍ਰੋਵਾਈਡ ਵੀ ਕਰਵਾਇਆ ਜਾਂਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲਸ ਦੇ ਰਿਹਾ, ਮਤਲਬ ਇਹ ਨਹੀਂ ਕਿ ਤੁਸੀਂ IT ਕੀਤਾ ਕਿ ਜਾਂ ਤੁਸੀਂ ਕੰਪਿਊਟਰ ਸਾਇੰਸ ਦੇ ਵਿੱਚ ਜਾਣਾ ਵਾ, ਜਾਂ ਤੁਸੀਂ ਕਿਤੇ IT ਦੇ ਵਿੱਚ ਜਾਣਾ। ਤੁਸੀਂ ਡੇਟਾ ਅੱਜ ਦੀ ਡੇਟ ਕੁਝ ਸਪੈਸ਼ਲਾਈਜ਼ ਕਰ ਸਕਦੇ ਆ। ਇਹਦਾ ਹੁਣ ਡੂਅਲ ਡਿਗਰੀ ਨੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿ ਦੋਨੋਂ ਪਾਸੇ ਤੁਸੀਂ ਮੈਨੇਜ ਕਰ ਸਕਦੇ ਆ ਆਪਣੀ ਪ੍ਰੋਫਾਈਲ ਨੂੰ। ਇੱਕ ਇੱਦਾਂ ਦੀਆਂ ਆਪਸ਼ਨਸ ਵੀ ਦਿੰਦੀਆਂ। ਜੇ ਤੁਸੀਂ ਸਟਰੀਮ ਲਾਈਨ ਦੇ ਵਿੱਚ ਜਾਣਾ, ਆਪਣੀ ਫਾਈਲ ਦੇ ਵਿੱਚ ਬੈਚਲਰ ਆਫ ਡੇਟਾ ਸਾਇੰਸ ਦੀ ਸਮਥਿੰਗ ਹਟ ਕੇ ਕਰੋਗੇ ਸਪੈਸ਼ਲਾਈਜ਼ ਨੂੰ। ਅੱਜ ਦੀ ਡੇਟ ਦੇ ਵਿੱਚ ਡੇਟਾ ਸਿਕਿਉਰਿਟੀ ਸਭ ਤੋਂ ਮਸਟ ਹੈ, ਕਿਉਂਕਿ ਹਰ ਚੀਜ਼ ਹੁਣ ਤਾਂ ਕੰਪਿਊਟਰਾਈਜ਼ ਹੋ ਚੁੱਕੀ ਹੈ, ਕਿ ਰੈਦਰ ਦੈਨ ਕਿ ਬੇਸਿਕਸ ਜਿਹੜੀਆਂ ਆਪਣੇ ਬੇਸਿਕ ਕੁਆਲੀਫਿਕੇਸ਼ਨ ਤੋਂ ਬਾਅਦ ਇਹ ਕਿਤੇ ਨਾ ਕਿਤੇ ਜਿਹੜੀਆਂ ਜੌਬਸ ਲੈਣੀਆਂ ਔਖੀਆਂ ਹੋ ਜਾਂਦੀਆਂ, ਜਿਹੜੀ SOL ਲਿਸਟ ਦੇ ਨਾ ਆਉਣ ਕਰਕੇ ਆਪਾਂ ਨੂੰ, ਤੇ ਉਸ ਕਹਿ ਸਕਦੇ ਕਿ ਇਹਦੇ ਜੌਬ ਨਹੀਂ ਮਿਲਦੀਆਂ, ਫਿਰ ਐਮਪਲੋਇਜ਼ ਹਾਇਰ ਕਰਨੇ ਪੈਂਦੇ, ਬਹੁਤ ਮੋਟੇ ਪੈਸੇ ਕਰਨੇ ਪੈਂਦੇ। ਫਿਰ ਉਹ ਚੀਜ਼ ਤਾਂ ਸੱਚ ਹੋ ਜਾਂਦੀ ਹੈ ਕਿ ਆਸਟ੍ਰੇਲੀਆ ਤੇ PR ਬਹੁਤ ਔਖੀ ਆ। ਸੋ PR ਵੈਰੀ ਮਚ ਪੋਸੀਬਲ ਹੈ ਡੀਅਰ। ਸੋ ਟਾਈਮ ਡਿਪੈਂਡ ਕਰੇਗਾ ਕਿ ਤੁਸੀਂ ਜਿਹੜੇ ਆਪਣੀ ਜ਼ਿੰਦਗੀ ਦੇ ਪਹਿਲੇ 3-4 ਸਾਲ ਡਿਸੀਜ਼ਨ ਕਿੱਦਾਂ ਲਿਆ। ਸੋ ਇਹ ਚੀਜ਼ਾਂ ਦੇ ਡੀਅਰ ਤਾਂ ਵਾ ਕਿ ਆਸਟ੍ਰੇਲੀਆ ਦੇ ਐਡਮਿਸ਼ਨਸ ਲੈਣ ਲੱਗੇ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੋ ਜੋ ਆ। ਤੇ ਅੱਜ ਦੇ ਟਾਈਮ ਜਿਹੜੀ ਐਡਮਿਸ਼ਨ ਸਾਨੂੰ ਤਾਂ ਲੈਣੀ ਚਾਹੀਦੀ ਆ। ਸਭ ਤੋਂ ਪਹਿਲੀ ਗੱਲ ਤਾਂ ਡੀਅਰ ਬੈਨੀਫਿਟ ਜਿਹੜਾ ਆਸਟ੍ਰੇਲੀਆ ਤੋਂ ਮਿਲ ਰਿਹਾ, ਕਿਉਂਕਿ ਆਸਟ੍ਰੇਲੀਆ ਜਿਹੜੀ ਐਜੂਕੇਸ਼ਨ ਆ ਅਨਕੰਪੇਰੇਬਲ ਆ। ਸਭ ਨੂੰ ਪਤਾ ਕਿ ਆਸਟ੍ਰੇਲੀਆ ਦੀ ਕੁਆਲਿਟੀ ਆਫ ਐਜੂਕੇਸ਼ਨ ਬਹੁਤ ਹਾਈ ਲੈਵਲ ਤੇ ਆ, ਤੇ ਵੱਡੀਆਂ ਅਸੈਸਮੈਂਟ ਲੈਵਲ ਦੀਆਂ ਬਣਦੀਆਂ ਯੂਨੀਵਰਸਿਟੀਜ਼ ਵਾਈਜ਼ ਦੇ ਬਹੁਤ ਵੱਡੇ ਲੈਵਲ ਦੇ ਸਕਾਲਰਸ਼ਿਪ ਦਿੱਤੀਆਂ ਜਾ ਰਹੀਆਂ। ਸਾਡੇ ਕੋਲ ਅਸੈਸਮੈਂਟ ਲੈਵਲ ਦੇ ਬਣਦੇ ਕਾਲਜ ਵੀ ਜਿਹਨੂੰ ਅਸੀਂ ਡਾਇਰੈਕਟ ਰਿਪਰੈਜ਼ੈਂਟ ਕਰਦੇ ਆ, ਜਿਹੜਾ ਕਿ ਅਪ ਟੂ 100% ਤੱਕ ਵੀ ਦਿੰਦੇ ਆ, ਤੇ 70% ਤੱਕ ਡੀਅਰ ਅਸੀਂ ਆਪ ਦੇਖੇ ਹੋਏ ਜਿਹੜੇ ਬੱਚਿਆਂ ਨੇ ਸਕਾਲਰਸ਼ਿਪ ਲਈਆਂ, ਐਗਜ਼ਾਮਸ ਲੈਂਦੇ ਆ। +2 ਦੇ ਵਿੱਚ ਮੈਥ ਆ, ਸਿਰਫ ਇੱਕੋ ਕੋਰਸ ਬੈਚਲਰ ਆਫ ਡੇਟਾ ਸਾਇੰਸ ਵਾਲੇ ਬੱਚੇ ਜਿਹਨੇ +2 ਦੇ ਮੈਥ ਆ, ਉਹ ਇਸ ਸਕਾਲਰਸ਼ਿਪ ਦਾ ਫਾਇਦਾ ਚੱਕ ਸਕਦੇ ਆ। ਬਾਕੀ ਜਿਹੜੀਆਂ ਮੋਸਟਲੀ ਅਸੈਸਮੈਂਟ ਲੈਵਲ ਦੀਆਂ 1 ਦੇ ਜਿਹੜੀਆਂ ਯੂਨੀਵਰਸਿਟੀਜ਼ ਆ ਡੀਅਰ, ਉਹਨਾਂ ਵਿੱਚ ਵੀ ਤੁਹਾਨੂੰ ਬਹੁਤ ਬੈਨੀਫਿਟ ਹੋ ਸਕਦਾ ਵਾ। ਮਿਨੀਮਮ 30% ਤੱਕ ਤਾਂ ਬੱਚਿਆਂ ਨੂੰ ਅੱਜ ਦੀ ਜੇ ਸਕਾਲਰਸ਼ਿਪਸ ਤਾਂ ਲੈ ਹੀ ਰਹੇ ਆ, ਤੇ 50% ਤੱਕ 60% ਤੱਕ ਬੱਚੇ ਅਸੈਸਮੈਂਟ ਲੈਵਲ 1 ਦੀਆਂ ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ, ਗਰੁੱਪ 8 ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਵੀ ਉਹ ਜਿਹੜੀਆਂ ਆਪਣੀਆਂ ਐਡਮਿਸ਼ਨਸ ਲੈ ਕੇ ਸਕਾਲਰਸ਼ਿਪਸ ਬੱਚਿਆਂ ਨੂੰ ਅੱਜ ਮਿਲ ਰਹੀਆਂ। ਸੋ ਬਹੁਤ ਵਧੀਆ ਵਾ। ਨਾਲੇ ਸਿੰਗਲ ਸਟੇਜ ਬੱਚਿਆਂ ਦੇ ਵੀਜ਼ਾਸ ਆ ਰਹੇ, ਤੇ ਵੀਜ਼ਾਸ ਵੀ ਥੋੜੇ ਟਾਈਮ ਦੇ ਵਿੱਚ ਆ ਰਿਹਾ ਵਾ। ਤੇ ਸਪਾਊਸ ਕੇਸਿਸ ਵਾਲਿਆਂ ਨੂੰ ਵੀ ਹੁਣ ਥੋੜਾ ਜਿਹਾ ਜ਼ਰੂਰ ਪ੍ਰੈਫਰੈਂਸ ਮਿਲ ਰਹੀ, ਕਿਉਂਕਿ ਸਪਾਊਸ ਕਿਤੇ ਨਾ ਕਿਤੇ ਹੁੰਦਾ ਕਿ ਆਸਟ੍ਰੇਲੀਆ 'ਚ ਪਤਾ ਨਾਲ ਜਾਂਦਾ, ਤੇ ਜਦੋਂ ਤੇ ਕਿਤੇ ਨਾ ਕਿਤੇ ਸਟ੍ਰਿਕਟ ਸੀਗਾ ਪਿਛਲੇ ਸਾਲਾਂ ਦੇ ਵਿੱਚ, ਤਾਂ ਰਿਫਿਊਜ਼ਸ ਬਹੁਤ ਦੇਖਣ ਨੂੰ ਮਿਲ ਰਹੀਆਂ। ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਪਾਊਸ ਕੇਸਿਸ ਨੂੰ ਵੀ ਵੀਜ਼ਾਸ ਨਾਲ ਐਂਟਰਟੇਨ ਕਰ ਰਹੇ ਆ, ਤੇ ਵੀਜ਼ਾਸ ਨਿਕਲ ਰਹੇ ਆ। ਸੋ ਤੁਸੀਂ ਜ਼ਰੂਰ ਬੈਨੀਫਿਟ ਇਸ ਚੀਜ਼ ਦਾ ਚੱਕ ਸਕਦੇ ਹੋ ਆਸਟ੍ਰੇਲੀਆ ਦੇ ਅੱਜ ਦੀ। ਇੱਕ ਗੱਲ ਦਾ ਖਿਆਲ ਡੀਅਰ ਹੋਰ ਰੱਖਣਾ, ਆਸਟ੍ਰੇਲੀਆ ਅਕੈਡਮਿਕਸ ਦੇ ਨਾਲ ਬਿਲਕੁਲ ਵੀ ਅੱਜ ਵੀ ਇਸ ਸਿਚੁਏਸ਼ਨ ਦੇ ਵਿੱਚ ਵੀ ਕੰਪਰੋਮਾਈਜ਼ ਨਹੀਂ ਕਰ ਰਹੀ ਡੀਅਰ। ਸੋ ਬਿਲਕੁਲ ਵੀ ਤੁਸੀਂ ਇਦਾਂ ਨਹੀਂ, ਕਿਉਂਕਿ ਹੁਣ ਜੇ ਕਹੀਏ ਨਾ ਬਹੁਤ ਕਹਿ ਰਹਾ ਤਾਂ ਮੇਰੇ ਕੋਲ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰੂੰਗਾ। ਇੱਕ ਬੱਚੇ ਨੇ ਮੈਨੂੰ ਅੱਜ ਲਿੰਕ ਵੀ ਭੇਜਿਆ 2 ਦਿਨ ਪਹਿਲਾਂ, ਸੌਰੀ ਡੀਅਰ, ਤੇ ਉਹਨਾਂ ਨੇ ਲਿੰਕ ਭੇਜਿਆ ਕਿ ਸਰ ਤੁਸੀਂ ਕਹਿੰਦੇ ਆਸਟ੍ਰੇਲੀਆ ਹੋਣਾ ਨਹੀਂ। ਉਹ 2017 ਪਾਸ ਆਊਟ ਬੱਚਾ ਸੀਗਾ, ਪਰ ਉਹ ਕਹਿੰਦੇ ਕਿ ਦੇਖੋ ਜੀ ਕੰਸਲਟੈਂਟ 2016 ਪਾਸ ਬੱਚੇ ਨੂੰ ਵੀ ਕਹਿੰਦੇ ਕਿ ਤੁਸੀਂ ਆਓ ਤੇ ਤੁਹਾਨੂੰ ਅਸੀਂ ਐਡਮਿਸ਼ਨ ਦੇ ਦਿਓ। ਡੀਅਰ ਆਫਰ ਲੈਟਰ ਇਜ਼ ਨਾਟ ਐਵਰੀਥਿੰਗ ਫॉर all the countries ਡੀਅਰ। ਆਪਾਂ ਵੀਜ਼ਾਸ ਲੈਣਾ ਵਾ, ਵੀਜ਼ਾਸ ਲੈਣ ਨੂੰ ਜਿਹੜੀਆਂ ਉਹਨਾਂ ਦੀ ਬੇਸਿਕ ਰਿਕੁਆਇਰਮੈਂਟਸ ਆ ਸਾਨੂੰ ਫੁੱਲਫਿਲ ਕਰਨੀਆਂ ਪੈਣੀਆਂ, ਤਾਂ ਹੀ ਵੀਜ਼ਾਸ ਨਿਕਲੂਗਾ। ਇਵਨ ਕਿ ਸਪਾਊਸ ਕੇਸ ਦੇ ਨਾਲ ਵੀ ਉਹ ਡੀਅਰ ਕੋਈ ਇੱਕ ਅੱਧਾ ਕਿਤੇ ਦਿਖਾ ਕੇ, ਕੋਈ ਐਡੀਟਿੰਗ ਕਰਕੇ ਜਾਂ ਕੁਛ ਕਰ ਲਓ ਕਿ ਪੇਪਰ ਵਰਕਸ ਨੇ ਐਡਿਟ ਕਰਕੇ, ਜੇ ਕਿਸੇ ਬੱਚੇ ਦਾ ਵੀਜ਼ਾ ਆ ਵੀ ਜਾਂਦਾ ਬਾਈ ਲੱਕ, ਬਹੁਤ ਕਹਿ ਲਓ ਕਿ ਕਿਸਮਤ ਚੰਗੀ ਕਰਕੇ ਡੀਅਰ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਰੀਆਂ ਹੀ ਪ੍ਰੋਫਾਈਲਸ ਨਿਕਲਣਗੀਆਂ। ਹਮੇਸ਼ਾ ਮੇਰੀ ਡੀਅਰ ਇਹ ਸੋਚਣੀ ਇਹ ਹੈ ਕਿ ਆਪਣੀ ਫਾਈਲ ਨੂੰ ਹਮੇਸ਼ਾ ਇੰਡੀਵਿਜੂਅਲੀ ਤੁਸੀਂ ਅਸੈਸ ਕਰੋ, ਇੰਡੀਵਿਜੂਅਲੀ ਆਪਣੇ ਫੈਕਟਰਸ ਤੇ ਡਿਪੈਂਡ ਕਰਕੇ ਕੋਈ ਵੀ ਡਿਸੀਜਨ ਲਓ ਡੀਅਰ। ਬਿਲਕੁਲ ਵੀ ਕਾਲੀ ਨਾ ਕਰੋ, ਕਿਉਂਕਿ ਇਹ ਤੁਹਾਡੇ ਫਿਊਚਰ ਦਾ ਡਿਸੀਜਨ ਹੁੰਦਾ। ਜਿਹੜੀਆਂ ਐਡਸ ਆਉਂਦੀਆਂ, ਜਿਹੜਾ ਸੌਖਾ ਰਾਹ ਲੱਗਦਾ ਹੁੰਦਾ, ਹਮੇਸ਼ਾ ਜਿਹੜਾ ਸੌਖਾ ਰਾਹ ਹੁੰਦਾ ਅੱਗੇ ਜਾ ਕੇ ਤੰਗ ਹੁੰਦਾ ਡੀਅਰ। ਸੋ ਸਮਾਰਟਲੀ ਡਿਸੀਜਨ ਲਓ, ਸੋਚ ਸਮਝ ਕੇ ਡਿਸੀਜਨ ਲਓ, ਬਹੁਤ ਸਬਰ ਦੇ ਨਾਲ ਡੀਅਰ। ਅੱਜ ਦੀ ਡੇਟ ਦੇ ਵਿੱਚ ਬਹੁਤ ਨੌਲੇਜ ਆ ਮਾਰਕੀਟ ਦੇ ਵਿੱਚ, ਬਟ ਉਹੀ ਆ ਬੈਨੀਫਿਟ ਚੱਕ ਸਕੂਗਾ ਜਿਹੜਾ ਇਸ ਮਾਰਕੀਟ ਦੇ ਵਿੱਚੋਂ ਅੱਜ ਦੀ ਟਾਈਮ ਦੇ ਵਿੱਚ ਕਿ ਨੌਲੇਜ ਗੇਨ ਕਰਕੇ ਕੋਈ ਡਿਸੀਜਨ ਲੈਂਦਾ, ਨਾ ਕਿ ਬਲਾਈਂਡ ਟਰਸਟ ਕਰਕੇ ਸਿਰਫ ਇੱਕ ਵਾਰੀ ਪਹੁੰਚ ਜਾਈਏ ਬਾਕੀ ਦੇਖਾਂਗੇ। ਡੀਅਰ ਸੁਪਨਾ ਕਹਿੰਦੇ ਹੁੰਦੇ ਨਾ, ਸੁਪਨਾ ਬਹੁਤ ਛੋਟੀ ਦੇਰ ਲਈ ਹੁੰਦਾ, ਤੇ ਆਪਾਂ ਨੂੰ ਰਿਐਲਿਟੀ ਜਿਹੜਾ ਫੇਸ ਕਰਨੀ ਪੈਂਦੀ ਆ ਮੋਸਟਲੀ। ਸੋ ਰਿਐਲਿਟੀ ਨੂੰ ਤਾਂ ਸਾਨੂੰ ਆਪਾਂ ਆਪਣੇ ਅਕੋਰਡਿੰਗਲੀ, ਤੇ ਸਾਨੂੰ ਜਿਹੜਾ ਦੁਨੀਆ ਦੇ ਸਾਡਾ ਜਿਹੜਾ ਔਰਾ, ਜਿਹੜੇ ਸਾਡੇ ਡਿਸੀਜਨ ਲੈ ਹੋਏ ਆ, ਸਾਨੂੰ ਫਿਰ ਉਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ। ਸੋ ਆਸਟ੍ਰੇਲੀਆ ਲਈ ਵੀ ਡੀਅਰ ਜਿਹੜੀਆਂ ਐਡਸ ਆਉਂਦੀਆਂ ਵਾ,
ਬਿਲਕੁਲ ਯਾਰ ਅੱਜ ਦੀ ਜੇ 70% ਜਿਹੜੇ ਪ੍ਰੋਫਾਈਲ ਦੇ ਚਾਂਸਸ ਹੁੰਦੇ ਉਹ 100% ਕਨਵਰਟ ਹੋ ਰਹੇ ਆ, ਬਿਲਕੁਲ ਹੈਗੇ ਆ, ਸਕਾਲਰਸ਼ਿਪਸ ਮਿਲ ਰਹੀਆਂ ਵਾ, ਤੇ ਬਟ ਫਿਰ ਵੀ ਇਹ ਨਹੀਂ ਹੋਗੀ ਕਿ ਤੁਸੀਂ ਬਲਾਈਂਡਲੀ ਕਿਤੇ ਵੀ ਐਡਮਿਸ਼ਨਸ ਲੈ ਲਓ। ਤੋਂ ਅੱਜ ਦੀ ਡੇਟ ਵਿੱਚ ਸੋਚ ਸਮਝ ਕੇ ਲਓ ਕਿ SOL ਦੇ ਲਿਸਟ ਦੇ ਵਿੱਚ ਕਿ ਤੁਹਾਨੂੰ ਜਿਹੜੀ ਤੁਹਾਡੀ ਆਕੂਪੇਸ਼ਨ ਆਉਂਦੀ ਹੈ, ਜਿਹੜੇ ਤੁਹਾਨੂੰ ਪੜ੍ਹ ਕੇ ਤੁਹਾਨੂੰ ਜਿਹੜੀਆਂ ਵੀ ਤੁਹਾਡੀਆਂ ਜੌਬ ਪ੍ਰੋਫਾਈਲਸ ਮਿਲਣੀਆਂ, ਸੋ ਉਹਨਾਂ ਚੀਜ਼ਾਂ ਦੇ ਡੀਪਲੀ ਰਿਸਰਚ ਕਰੋ। ਤੁਹਾਨੂੰ ਸਾਡੀ ਕੋਈ ਸਰਵਿਸ ਚਾਹੀਦੀ ਆ, ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਡਾਊਟ ਆ, ਤੁਸੀਂ ਸਾਨੂੰ ਸਾਡੇ ਡਿਸਪਲੇ ਹੁੰਦੇ ਨੰਬਰ ਤੇ ਕਾਲ ਕਰ ਸਕਦੇ ਆ, ਤੇ ਮੈਂ ਪ੍ਰੋਮਿਸ ਕਰਦਾ ਜੀ ਤੁਹਾਨੂੰ ਜੈਨੂਅਨ ਤੇ ਰਾਈਟ ਗਾਈਡੈਂਸ ਪ੍ਰੋਵਾਈਡ ਕੀਤੀ ਜਾਏਗੀ, ਤਾਂ ਕਿ ਤੁਹਾਨੂੰ ਇਨ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇ। ਤੁਸੀਂ ਆਪਣੇ ਸਪਾਊਸ ਨਾਲ ਵੀ ਅਪਲਾਈ ਕਰ ਸਕਦੇ ਆ ਆਸਟ੍ਰੇਲੀਆ ਦਾ, ਤਾਂ ਜਰੂਰ ਜਲਦੀ ਤੋਂ ਜਲਦੀ ਸਾਡੇ ਇਸੇ ਡਿਸਪਲੇ ਹੁੰਦੇ ਨੰਬਰ ਤੇ ਆਪਣੀ ਪ੍ਰੋਫਾਈਲ ਸਾਡੇ ਨਾਲ ਸਾਂਝੀ ਕਰੋ, ਤੇ ਸਾਡੀ ਐਕਸਪਰਟ ਟੀਮ ਵੱਲੋਂ ਤੁਹਾਨੂੰ ਨਾਲ ਦੀ ਨਾਲ ਡੀਅਰ ਉੱਤੇ ਰਿਵਰਟ ਆਏਗਾ, ਤਾਂ ਜੈਨੂਅਨ ਗਾਈਡੈਂਸ ਹੋਗਾ। ਜੇ ਹੋ ਸਕਦਾ ਹੋਗਾ ਤਾਂ ਤੁਹਾਨੂੰ ਹਾਂ ਕਰਾਂਗੇ, ਜੇ ਨਹੀਂ ਹੋ ਸਕਦਾ ਤਾਂ ਤੁਹਾਨੂੰ ਕੋਈ ਜਿਹੜੀ ਹੋਰ ਆਪਸ਼ਨਸ ਤੁਹਾਡੀ ਪ੍ਰੋਫਾਈਲ ਨਾਲ ਫਿੱਟ ਹੁੰਦੀ ਤੁਹਾਨੂੰ ਉਹ ਪ੍ਰੋਵਾਈਡ ਕੀਤੀ ਜਾਊਗੀ। ਤੇ ਬਾਕੀ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਕਿਸੇ ਵੀ ਸਟੂਡੈਂਟਸ ਦੇ ਨਾਲ ਕੁਛ ਨਾ ਕੁਛ ਉਹਦੇ ਸੁਪਨੇ ਅਸੀਂ ਨਹੀਂ ਟੁੱਟਣ ਦੇਵਾਂਗੇ, ਤੇ ਉਹਦੇ ਸੁਪਨੇ ਪੂਰਾ ਕਰਨ ਲਈ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ।